ਕਾਸਟ ਹਰਿਆ ਨਿਰਮਾਦੋ ਜੀ ਸਤ ਸੰਗਤ ਮਿਲੈ ਸੋ ਤਰਿਆ ਨਿਰਮਾਦੋ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਿਗੁਰੂ ਦੀ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸਤ ਸੰਗਤ ਕੈਸੀ ਜਾਣੀਐ, ਜਿਥੈ ਏਕੋ ਨਾਮ ਬਖਾਣੀਐ। ਬਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ। ਮਹਾ ਪਵਿੱਤਰ ਸਾਧ ਕਾ ਸੰਗ, ਜਿਸ ਭੇਟਤ ਲਾਗੈ ਪ੍ਰਭ ਰੰਗ। ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ। ਗੰਗਾ ਕੈ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਵਰੀ। ਬਿਗੜਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨਕਤੈ ਨ ਜਾਈ। ਰਹਾਉ ਚੰਦਨ ਕੈ ਸੰਗ ਤਰਵਰ ਬਿਗੜਿਓ, ਸੋ ਤਰਵਰ ਚੰਦਨ ਹੋਏ ਨਿਵਰਿਓ। ਸੰਤਨ ਸੰਗ ਕਬੀਰਾ ਬਿਗੜਿਓ, ਸੋ ਕਬੀਰ ਰਾਮੈ ਹੋਏ ਨਿਵਰਿਓ। ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਬਕੀਤਾ। ਅੰਧਲੇ ਤ੍ਰਿਹ ਭਵਨ ਸੂਝਿਆ, ਗੁਰ ਭੇਟ ਪਨੀਤਾ। ਮਹਿਮਾ ਸਾਧੂ ਸੰਗ ਕੀ, ਸੁਨਹੁ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਭੈ ਚੀਤਾ। ਸਾਧ ਸੰਗਤ ਕੈ ਬਾਸਵੈ, ਕਲਮਲ ਸਭ ਨਸਨਾ। ਪ੍ਰਭ ਸੇਤੀ ਰੰਗ ਰਾਤਿਆ, ਤਾਂ ਤੇ ਗਰਭ ਨ ਗ੍ਰਸਨਾ। ਕਬੀਰ ਚੰਦਨ ਕਾ ਬਿਰਵਾ ਭਲਾ, ਵੇੜਿਓ ਢਾਕ ਪਲਾਸ। ਓਏ ਪੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਚੰਦਨ ਵਾਸ ਬਨਾਸਪਤ, ਸਭ ਚੰਦਨ ਹੋਵੈ। ਅਸ਼ਟ ਧਾਤ ਇਕ ਧਾਤ ਹੋਏ, ਸੰਗ ਪਾਰਸ ਢੋਵੈ। ਨਦੀਆਂ ਨਾਲੇ ਵਾਹੁੜੈ, ਮਿਲ ਗੰਗ ਗੰਗੋਵੈ। ਪਤਤ ਉਦਾਹਰਣ ਸਾਧ ਸੰਗ, ਪਾਪਾ ਮਲ ਧੋਵੈ। ਸੋ ਜਿਸ ਤਰ੍ਹਾਂ ਭਾਈ ਸ੍ਰਿਸ਼ਟੀ ਦੇ ਨਿਯਮ ਅਨੁਸਾਰ ਹਰ ਚੀਜ਼ ਯੋਗਤਾ ਸਹਿਤ ਵਰਤੀ ਹੋਈ ਸੁਖਦਾਈ ਹੁੰਦੀ ਹੈ, ਅਤੇ ਅਯੋਗ ਵਰਤੋਂ ਕਰਕੇ ਉਹੀ ਹਾਨੀਕਾਰਕ ਹੁੰਦੀ ਹੈ, ਉਸੇ ਤਰ੍ਹਾਂ ਹੀ ਸੰਗਤ ਵੀ ਯੋਗ ਤੇ ਅਯੋਗ, ਨੇਕੀ ਤੇ ਬਦੀ ਦੋਹਾਂ ਰੂਪਾਂ ਵਿੱਚ ਵਰਤਦੀ ਹੋਈ ਦਿਖਾਈ ਦਿੰਦੀ ਹੈ। ਜਿੱਥੇ ਇਹ ਮਨੁੱਖ ਸਤ ਸੰਗਤ ਕਰਕੇ ਧਾਰਮਿਕ ਤਰੱਕੀ ਕਰਦਾ ਹੈ, ਉੱਥੇ ਕੁਸੰਗਤ ਕਰਕੇ ਛਲ ਕਪਟ ਝੂਠ ਫਰੇਬ ਸਿੱਖ ਕੇ ਮਨੁੱਖੀ ਜੀਵਨ ਦੇ ਵਾਧੇ ਵਿੱਚ ਇੱਕ ਭਾਰੀ ਰੁਕਾਵਟ ਖੜੀ ਕਰ ਲੈਂਦਾ ਹੈ। ਜੇਕਰ ਸਤਸੰਗਤ ਕਰਕੇ ਇਹ ਜੀਵ ਪਰਮਾਤਮਾ ਦੇ ਗਿਆਨ ਨੂੰ ਪਾਉਣ ਦਾ ਅਧਿਕਾਰੀ ਬਣ ਜਾਂਦਾ ਹੈ, ਤਾਂ ਦੂਜੇ ਪਾਸੇ ਕੁਸੰਗਤ ਕਰਕੇ ਇਹ ਜੀਵ ਨੁਕਸਾਨ ਹੀ ਉਠਾਉਂਦਾ ਹੈ। ਸੁਖਬੀਰ ਜੀ ਨੇ ਵੀ ਗੁਰਬਾਣੀ ਵਿੱਚ ਕੁਸੰਗਤ ਦੇ ਬਾਰੇ ਇਸ ਤਰ੍ਹਾਂ ਲਿਖਿਆ ਹੈ, ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਤ ਜੋ ਬੇਰ। ਉਹ ਝੂਲੈ ਉਹ ਚੀਰੀਐ, ਸਾਖਤ ਸੰਗ ਨਾ ਹੇਰ। ਭਾਵ ਕਿ ਉਹ ਸੰਗਤ ਕਰਨੀ ਭੈੜੀ ਹੈ ਜਿਸ ਤੋਂ ਮਨ ਵਿੱਚ ਸ਼ੈਤਾਨੀ ਆਵੇ ਤੇ ਬਾਅਦ ਵਿੱਚ ਪਛਤਾਵਾ ਹੀ ਪੱਲੇ ਪਵੇ। ਇਹ ਕਵੀ ਨੇ ਕਿਹਾ ਹੈ ਕਿ ਪਾਣੀ ਵਿੱਚ ਡੁੱਬਣਾ, ਅੱਗ ਨਾਲ ਸੜਨਾ, ਬਿੱਛੂ ਨੂੰ ਹੱਥ ਪਾਉਣਾ, ਕੰਨਾਂ ਵਿੱਚ ਖੰਜ ਖਜੂਰੇ ਪਵਾ ਲੈਣੇ, ਸੱਪ ਦੇ ਮੂੰਹ ਵਿੱਚ ਉਂਗਲ ਦੇਣਾ,
ਪਹਾੜ ਤੋਂ ਗਿਰਨਾ ਅਤੇ ਆਰੇ ਨਾਲ ਚੀਰਿਆ ਜਾਣਾ, ਇਸ ਤਰ੍ਹਾਂ ਦੇ ਭਾਰੀ ਕਸ਼ਟ ਤਾਂ ਸਹਾਰ ਲਓ, ਪਰ ਮੂਰਖ ਮਿੱਤਰਾਂ, ਸਾਖਤਾਂ ਦੀ ਸੰਗਤ ਨਾ ਕਰੋ, ਕਿਉਂਕਿ ਇਹਨਾਂ ਕਸ਼ਟਾਂ ਨਾਲ ਤਾਂ ਸਰੀਰ ਹੀ ਦੁਖੀ ਹੋਵੇਗਾ, ਪਰ ਕੁਸੰਗਤ ਕਰਕੇ ਮਨ ਬੁੱਧੀ ਭ੍ਰਿਸ਼ਟ ਹੋ ਜਾਵੇਗੀ ਤੇ ਇਹ ਜੀਵ ਵਾਰ-ਵਾਰ ਜੰਮਦਾ ਮਰਦਾ ਰਹੇਗਾ, ਦੁੱਖ ਪਾਉਂਦਾ ਰਹੇਗਾ। ਜਿੱਥੇ ਕੁਸੰਗਤ ਬਹੁਤ ਨਿੰਦਣਯੋਗ ਹੈ, ਉੱਥੇ ਸਤ ਸੰਗਤ ਦੀ ਸੋਭਾ ਵੀ ਬਹੁਤ ਹੋਈ ਹੈ। ਸੋ ਇਸ ਲਈ ਸਾਧ ਸੰਗਤ ਨੂੰ ਹੀ ਉੱਤਮ ਕਿਹਾ ਗਿਆ ਹੈ। ਪੰਜਵੇਂ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ। ਸੋ ਪੰਜਵੇਂ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਰੀ ਵਿਦਵਾਨ ਭਾਈ ਗੁਰਦਾਸ ਜੀ ਨੂੰ ਆਗਰੇ ਭੇਜਿਆ ਕਿ ਜਾ ਕੇ ਸੰਗਤਾਂ ਨੂੰ ਮਹਾਰਾਜ ਜੀ ਦੇ ਬਚਨ ਸੁਣਾਓ। ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਭਾਈ ਕਲਿਆਣਾ ਜੀ ਸਨ, ਉਹ ਸਭ ਵੇਦ ਗ੍ਰੰਥ ਪੜ੍ਹੇ ਹੋਏ ਸਨ। ਇਹਨਾਂ ਨੂੰ ਪੰਜਵੇਂ ਮਹਾਰਾਜ ਜੀ ਨੇ ਪਰਬਤੀ ਰਾਜਿਆਂ ਨੂੰ ਤੇ ਉਧਰਲੇ ਸਭ ਲੋਕਾਂ ਨੂੰ ਸ਼ੁਭ ਉਪਦੇਸ਼ ਕਰਨ ਲਈ ਭੇਜਿਆ ਤੇ ਮਾਧੋ ਦਾਸ ਜੀ 4 ਵੇਦ, 6 ਸ਼ਾਸਤਰ, 18 ਪੁਰਾਣ, ਗੀਤਾ, ਰਮਾਇਣ, ਦਰਬਾਰ ਸਾਹਿਬ ਦੀ ਬਾਣੀ, ਸਭ ਵੇਦ ਗ੍ਰੰਥ ਪੜ੍ਹੇ ਹੋਏ ਸਨ। ਇਹਨਾਂ ਨੂੰ ਪੰਜਵੇਂ ਮਹਾਰਾਜ ਜੀ ਨੇ ਜੰਮੂ ਸ਼੍ਰੀਨਗਰ ਉਪਦੇਸ਼ ਕਰਨ ਲਈ ਭੇਜਿਆ। ਕਿਸੇ ਨੂੰ ਪਰਮਾਤਮਾ ਦੇ ਪਾਸੇ ਲਾਉਣਾ ਇਹ ਬੜਾ ਭਾਰੀ ਪੁੰਨ ਕਰਮ ਹੈ ਤੇ ਸਭ ਦਾ ਧਰਮ ਹੈ। ਖੱਤਰੀ ਹੋਵੇ, ਬੈਸ ਹੋਵੇ, ਸ਼ੂਦਰ ਹੋਵੇ, ਗ੍ਰਸਤੀ ਹੋਵੇ, ਸੰਤ ਹੋਵੇ, ਕੋਈ ਵੀ ਹੋਵੇ, ਨਾਮ ਜਪਣਾ ਸਭ ਦਾ ਧਰਮ ਹੈ। ਸੋ ਮਾਧੋ ਦਾਸ ਮਹਾਰਾਜ ਜੀ ਦਾ ਹੁਕਮ ਮੰਨ ਕੇ ਜੰਮੂ ਚਲੇ ਗਏ ਤੇ ਇਕਾਂਤ ਜਗ੍ਹਾ ਲੱਭਣ ਲੱਗ ਪਏ। ਜੰਮੂ ਤੋਂ 2 ਮੀਲ ਇੱਕ ਨਦੀ ਹੈ, ਇਕਾਂਤ ਜਗ੍ਹਾ ਦੇਖ ਕੇ, ਜਗ੍ਹਾ ਸਾਫ਼ ਕਰਕੇ ਉੱਥੇ ਕੱਖਾਂ ਦੀ ਕੁੱਲੀ ਬਣਾ ਲਈ ਤੇ ਮਾਧੋ ਦਾਸ ਜੀ ਸਿਰਫ ਪਰਮਾਤਮਾ ਦਾ ਉਪਦੇਸ਼ ਕਰਦੇ ਆ। ਹੌਲੀ ਹੌਲੀ ਸੰਗਤ ਦਾ ਆਉਣਾ ਸ਼ੁਰੂ ਹੋ ਗਿਆ ਤੇ ਮਾਧੋ ਦਾਸ ਕਥਾ ਕਰਦੇ ਹਨ ਕਿ ਸਾਨੂੰ ਸਤ ਸੰਗਤ ਵਿੱਚੋਂ ਹੀ ਪਤਾ ਲੱਗਦਾ ਹੈ ਕਿ ਪਰਮੇਸ਼ਰ ਕੀ ਹੈ ਤੇ ਮਾਇਆ ਕੀ ਹੈ। ਪਰਮੇਸ਼ਰ ਉਹਨੂੰ ਕਹਿੰਦੇ ਆ ਜਿਸ ਵਰਗਾ ਹੋਰ ਕੋਈ ਨਾ ਹੋਵੇ। ਪਰਮੇਸ਼ਰ ਉਹਨੂੰ ਕਹਿੰਦੇ ਜੋ ਸਾਰਿਆਂ ਦਾ ਆਸਰਾ ਹੋਵੇ, ਜਿਹੜਾ ਸਦਾ ਰਹੇ, ਜਿਹੜਾ ਸਾਰੇ ਪਰਿਪੂਰਨ ਹੋਵੇ, ਜਿਹੜਾ ਰੰਗ ਰੂਪ ਨਾ ਹੋਵੇ, ਸੋ ਜਿਹੜਾ ਸੁਖ ਸਰੂਪ ਹੋਵੇ। ਸੋ ਪ੍ਰਮਾਤਮਾ ਉਸ ਨੂੰ ਕਹਿੰਦੇ ਜਿਹੜਾ ਗਿਆਨ ਸਰੂਪ ਹੋਵੇ, ਜਿਹੜਾ ਬ੍ਰਹਮਾ, ਵਿਸ਼ਨੂੰ, ਸ਼ਿਵ ਅਤੇ ਸਾਡੇ ਸਾਰਿਆਂ ਦੀ ਆਤਮਾ ਹੈ। ਪਰਮੇਸ਼ਰ ਉਹਨੂੰ ਕਹਿੰਦੇ ਜਿਸ ਦੇ ਗਿਆਨ ਨਾਲ ਇਹ ਜੀਵ ਮੁਕਤ ਹੋ ਜਾਂਦਾ ਹੈ, ਭਾਵ ਕਿ ਸਦਾ ਸੁਖੀ ਹੋ ਜਾਂਦਾ ਹੈ, ਜਨਮ ਮਰਨ ਇਸ ਦਾ ਕੱਟਿਆ ਜਾਂਦਾ ਹੈ। ਪਰਮੇਸ਼ਰ ਉਹਨੂੰ ਕਹਿੰਦੇ ਜਿਹੜਾ ਨਿਰਭਉ ਹੋਵੇ, ਨਿਰਵੈਰ ਹੋਵੇ, ਅਕਾਲ ਹੋਵੇ, ਗਰਭ ਵਿੱਚ ਨਾ ਆਵੇ, ਸਵੈਂ ਪ੍ਰਕਾਸ਼ ਹੋਵੇ। ਇਹ ਸਾਰੀਆਂ ਪਰਮੇਸ਼ਰ ਦੀਆਂ ਹੀ ਨਿਸ਼ਾਨੀਆਂ ਹਨ। ਤੇ ਦੂਸਰੀ ਹੈ ਮਾਇਆ। ਮਾਇਆ ਕਿਸ ਨੂੰ ਕਹਿੰਦੇ ਆ? ਜਿਹੜੀ ਕਦੇ ਹੋਵੇ, ਕਦੇ ਨਾ ਹੋਵੇ, ਝੂਠੀ ਹੋਵੇ, ਮਿੱਥਿਆ ਹੋਵੇ, ਅਸਤ ਹੋਵੇ, ਦੁੱਖ ਰੂਪ ਹੋਵੇ, ਆਤਮਾ ਨੂੰ ਢਕਣ ਵਾਲੀ ਹੋਵੇ। ਸੋ ਇਸ ਸੰਸਾਰ ਵਿੱਚ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਤੇ ਮਾਇਆ ਦੀ ਨਿਵਰਤੀ ਕਰਨੀ ਹੈ। ਇਸੇ ਲਈ ਹੀ ਮਨੁੱਖਾ ਦੇਹੀ ਮਿਲੀ ਹੈ। ਸੋ ਇਹ ਸਾਰਾ ਕੁਝ ਸਤ ਸੰਗਤ ਵਿੱਚ ਆ ਕੇ ਹੀ ਪਤਾ ਲੱਗਦਾ ਹੈ। ਸੋ ਜਿਸ ਵੇਲੇ ਪਰਮਾਤਮਾ ਦਾ ਗਿਆਨ ਹੋ ਜਾਵੇ, ਇਹ ਸੰਸਾਰ ਨਹੀਂ ਰਹਿੰਦਾ। ਉਸ ਦੇ ਨਿਸ਼ਚੇ ਵਿੱਚ ਸਭ ਪਰਮਾਤਮਾ ਹੀ ਬਾਕੀ ਰਹਿ ਜਾਂਦਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਪਰਮਾਤਮਾ ਨੂੰ ਪਾ ਲਿਆ ਤਾਂ ਸਭ ਕੁਛ ਪਾ ਲਿਆ, ਪਰਮਾਤਮਾ ਨਹੀਂ ਪਾਇਆ ਤਾਂ ਕੁਛ ਵੀ ਨਹੀਂ ਪਾਇਆ। ਮਹਾਂਪੁਰਸ਼ਾਂ ਨੇ ਇੱਕ ਵਾਰ ਵਚਨ ਕੀਤੇ ਕਿ ਇਸ ਸੰਸਾਰ ਵਿੱਚ 327 ਧਰਮ ਹਨ। ਕਿਸੇ ਦਾ ਕੋਈ ਧਰਮ, ਕਿਸੇ ਦਾ ਕੋਈ ਧਰਮ,
ਕਿਸੇ ਮੁਲਕ ਦਾ ਕੋਈ ਧਰਮ, ਕਿਸੇ ਮੁਲਕ ਦਾ ਕੋਈ ਧਰਮ। ਇੱਕ ਵਾਰ ਅਮਰੀਕਾ ਵਿੱਚ ਸਾਰੇ ਧਰਮ ਇਕੱਠੇ ਹੋਏ। ਉੱਥੇ ਹਰ ਇੱਕ ਨੂੰ ਕਿਹਾ ਗਿਆ ਕਿ ਆਪਣੇ ਆਪਣੇ ਦੇਸ਼ ਦਾ ਧਰਮ ਦੱਸੋ। ਕਿਸੇ ਨੂੰ 10 ਮਿੰਟ ਮਿਲੇ, ਕਿਸੇ ਨੂੰ 7 ਮਿੰਟ ਮਿਲੇ, ਕਿਸੇ ਨੂੰ 5 ਮਿੰਟ ਮਿਲੇ, ਕਿਸੇ ਨੂੰ 3 ਮਿੰਟ ਮਿਲੇ। ਭਾਰਤ ਵਰਸ਼ ਦੇ ਵਿਵੇਕਾਨੰਦ ਸੰਤ ਸਨ, ਉਹਨਾਂ ਨੂੰ 2 ਮਿੰਟ ਦਿੱਤੇ ਗਏ ਕਿ ਤੁਸੀਂ ਭਾਰਤ ਵਰਸ਼ ਦਾ ਧਰਮ ਦੱਸੋ ਕੀ ਹੈ। ਤਾਂ ਵਿਵੇਕਾਨੰਦ ਜੀ ਕਹਿੰਦੇ ਕਿ ਮੈਂ 2 ਮਿੰਟਾਂ ਤੋਂ ਪਹਿਲਾਂ ਹੀ ਆਪਣੇ ਦੇਸ਼ ਦਾ ਧਰਮ ਦੱਸ ਦੇਵਾਂਗਾ। ਸਾਡੇ ਦੇਸ਼ ਦਾ ਕੀ ਧਰਮ ਹੈ? ਸਾਡੇ ਦੇਸ਼ ਦਾ ਧਰਮ ਹੈ ਪਰਮੇਸ਼ਵਰ। Know thyself. Who am I? God is everywhere. All is God. ਸੋ ਇਹ ਸਾਡੇ ਭਾਰਤ ਵਰਸ਼ ਦਾ ਧਰਮ ਹੈ। ਸੋ ਪਰਮੇਸ਼ਵਰ ਦੀ ਪ੍ਰਾਪਤੀ ਕਰਨ ਲਈ ਹੀ ਇਹ ਮਨੁੱਖਾ ਦੇਹੀ ਵਿੱਚ ਆਏ ਹਾਂ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੋ ਪਰਮਾਤਮਾ ਕੈਸਾ ਹੈ? ਪਰਮਾਤਮਾ 'ਚ ਦੁੱਖ ਸੁੱਖ ਹੈ? ਪਰਮਾਤਮਾ 'ਚ ਹਰਖ ਸੁਖ ਹੈ? ਪਰਮਾਤਮਾ 'ਚ ਆਪਣਾ ਬਗਾਨਾ ਹੈ? ਪਰਮਾਤਮਾ ਦੀ ਕੋਈ ਜਾਤ ਪਾਤ ਹੈ? ਪਰਮਾਤਮਾ ਇਸਤਰੀ ਹੈ ਕਿ ਪੁਰਸ਼ ਹੈ? ਦੱਸੋ। ਉਹ ਪਰਮਾਤਮਾ ਅਸੰਗ ਹੈ, ਨਿਰਵਿਕਾਰ ਹੈ, ਸਭ ਦਾ ਆਸਰਾ ਹੈ, ਸ਼ਾਂਤ ਸਰੂਪ ਹੈ। ਐਸੀ ਕਥਾ ਮਾਧੋ ਦਾਸ ਜੀ ਕਰਦੇ ਆ ਕਿ ਸਾਰੀ ਸੰਗਤ ਦੇ ਹਿਰਦੇ ਸ਼ਾਂਤ ਹੋ ਜਾਂਦੇ ਆ। ਦੁਨੀਆ ਭੁੱਲ ਜਾਂਦੀ ਆ ਤੇ ਸਮਾਧੀਆਂ ਲੱਗ ਜਾਂਦੀਆਂ। ਸਾਰੇ ਖੁਸ਼ ਹੋਏ। ਮਾਧੋ ਦਾਸ ਜੀ ਦਾ ਉਸ ਇਲਾਕੇ ਵਿੱਚ ਤਪ ਤੇਜ ਚਾਰੇ ਪਾਸੇ ਫੈਲ ਗਿਆ। ਰਾਤ ਨੂੰ 11 ਵਜੇ ਭੋਗ ਪੈ ਜਾਂਦਾ ਤੇ ਸਾਰੇ ਆਪਣੇ ਆਪਣੇ ਘਰਾਂ ਨੂੰ ਵਾਪਸ ਚਲੇ ਜਾਂਦੇ ਆ। ਸੋ ਉਸ ਵੇਲੇ ਉੱਥੇ ਜੰਮੂ ਦੀ ਰਿਆਸਤ ਵਿੱਚ ਚੋਰ ਬਹੁਤ ਹੋ ਗਏ। ਰਾਤਾਂ ਹਨੇਰੀਆਂ ਸਨ, ਸਭ ਲੋਕ ਦੁਖੀ ਹੋ ਗਏ। 12 ਵਜੇ ਤੋਂ ਬਾਅਦ ਚੋਰ ਡਾਕੂ ਆਉਣੇ ਸ਼ੁਰੂ ਹੋ ਗਏ ਲੁੱਟਣ ਲਈ। ਸੋ ਰਾਜੇ ਨੇ ਹੁਕਮ ਦੇ ਦਿੱਤਾ ਕਿ 12 ਵਜੇ ਤੋਂ ਬਾਅਦ ਤੁਸੀਂ ਕਿਸੇ ਨੂੰ ਵੀ ਸ਼ਹਿਰ ਜਾਂ ਬਾਜ਼ਾਰਾਂ ਵਿੱਚ ਦੇਖੋ ਤਾਂ ਉਸਨੂੰ ਸੂਲੀ ਦੇ ਦਿਓ। ਹੁਕਮ ਸਖਤ ਸਨ। 12 ਵਜੇ ਤੋਂ ਬਾਅਦ ਲੋਕ ਫਿਰਨੇ ਬੰਦ ਹੋ ਗਏ। ਤਾਂ ਉੱਥੇ ਅਚਾਨਕ ਹੀ ਮਾਧੋ ਦਾਸ ਦੇ ਡੇਰੇ ਇੱਕ ਸੰਤਾਂ ਦੀ ਮੰਡਲੀ ਆ ਗਈ, ਜਿਹਦੇ ਸਾਰੇ ਬ੍ਰਹਮ ਗਿਆਨੀ ਸੰਤ ਮਹਾਤਮਾ ਸਨ। ਉਹਨਾਂ ਨੇ ਕਥਾ ਕਰਨੀ ਸ਼ੁਰੂ ਕਰ ਦਿੱਤੀ ਤੇ ਸੰਤਾਂ ਨੇ ਕਥਾ ਕੀਤੀ ਕਿ ਸਾਨੂੰ ਬੈਰਾਗ ਕਿੱਦਾਂ ਹੋਵੇ, ਦੁਨੀਆ ਤੋਂ ਬਰਾਮ ਕਿੱਦਾਂ ਹੋਈਏ, ਸਾਡਾ ਜਨਮ ਮਨ ਕਿਸ ਤਰ੍ਹਾਂ ਕੱਟਿਆ ਜਾਵੇ। ਸੋ ਬਰਾਗ ਦੀ ਕਥਾ ਕਰਦੇ ਆ ਕਿ ਸੰਸਾਰ ਦੁੱਖ ਰੂਪ ਹੈ, ਪਰਮਾਤਮਾ ਸੁਖ ਸਰੂਪ ਹੈ। ਇਹ ਪੁੱਤਰ ਇਸਤਰੀ ਘਰ ਆਦਿਕ ਸਭ ਦੁੱਖ ਰੂਪ ਹੈ, ਦੁੱਖ ਦਾ ਹੀ ਰੂਪ ਹੈ। ਜਿਸ ਤਰ੍ਹਾਂ ਮਹਾਰਾਜ ਦੀ ਬਾਣੀ ਵਿੱਚ ਕਿਹਾ ਗਿਆ ਹੈ, ਬਾਬਾ ਵਿਖ ਵਿਖਿਆ ਸੰਸਾਰ, ਪੁੱਤਰ ਕਲਤਰ ਲక్ష్ਮੀ ਮਾਇਆ, ਇੰਤੇ ਕਹੋ ਕਵਨੇ ਸੁਖ ਪਾਇਆ। ਸੋ ਇਹ ਸਭ ਦੁੱਖ ਰੂਪ ਹੀ ਹੈ, ਪਰ ਸਾਨੂੰ ਸੁਖ ਸਰੂਪ ਪ੍ਰਤੀਤ ਹੋ ਰਹੇ ਹੈ। ਜੇ ਗੁਰਬਾਣੀ ਤੇ ਪੱਕਾ ਨਿਸ਼ਚਾ ਹੋ ਜਾਵੇ ਕਿ ਇਹ ਸਭ ਦੁੱਖ ਰੂਪ ਹੈ, ਜਿਸ ਤਰ੍ਹਾਂ ਰੱਸੀ ਵਿੱਚ ਸਭ ਦੁੱਖ ਰੂਪ ਹੈ, ਜੇ ਪਤਾ ਲੱਗ ਜਾਵੇ ਤਾਂ ਫਿਰ ਸਾਨੂੰ ਇਹਨਾਂ ਦੀ ਇੱਛਾ ਹੋਵੇ। ਜੇ ਸਾਨੂੰ ਗੁਰਬਾਣੀ ਤੇ ਨਿਸ਼ਚਾ ਹੈ ਕਿ ਸੰਸਾਰ ਦੁੱਖ ਰੂਪ ਹੈ ਤਾਂ ਇਸ ਸੰਸਾਰ ਦੀ ਇੱਛਾ ਹੋਵੇਗੀ? ਨਹੀਂ ਹੋਵੇਗੀ। ਸਾਨੂੰ ਬੈਰਾਗ ਪੈਦਾ ਹੋ ਜਾਵੇਗਾ। ਬੈਰਾਗ ਦਾ ਮਤਲਬ ਹੈ ਇਸ ਸੰਸਾਰ ਨੂੰ ਅੰਦਰੋਂ ਕੱਢਣ ਦੀ ਇੱਛਾ ਰੱਖਣੀ। ਬੈਰਾਗ ਦਾ ਫਲ ਸੰਸਾਰ ਅੰਦਰੋਂ ਨਿਕਲ ਗਿਆ, ਮਾਇਆ ਦੀ ਨਿਵਰਤੀ ਹੋ ਜਾਣੀ। ਇੱਕ ਡੱਖੇ ਤੋਂ ਲੈ ਕੇ ਬ੍ਰਹਮ ਲੋਕ ਤੱਕ ਜਿੰਨੀਆਂ ਵੀ ਚੀਜ਼ਾਂ ਹੈ ਸਭ ਨਾਸ਼ਵਾਨ ਹੈ, ਇਹਨਾਂ ਦਾ ਤਿਆਗ ਕਰ ਦੇਣਾ, ਇਸ ਨੂੰ ਬੈਰਾਗ ਕਹਿੰਦੇ ਆ। ਬੈਰਾਗ ਤਾਂ ਹੀ ਹੋਵੇਗਾ, ਸ਼ਾਂਤੀ ਤਾਂ ਹੀ ਮਿਲੇਗੀ, ਮੁਕਤੀ ਤਾਂ ਹੀ ਮਿਲੇਗੀ, ਜਨਮ ਮਨ ਤਾਂ ਹੀ ਕੱਟਿਆ ਜਾਵੇਗਾ ਜੇ ਸਾਡੀਆਂ ਇੱਛਾ ਸਮਾਪਤ ਹੋ ਜਾਣ। ਇੱਛਾ ਸਮਾਪਤ ਹੋਣ ਤੇ ਹੀ ਜੀਵ ਮੁਕਤ ਹੋ ਸਕਦਾ ਹੈ। ਤੇ ਸਾਨੂੰ ਗਿਆਨ ਕਿੱਦਾਂ ਹੋਵੇ? ਸ਼ਰਵਣ ਕਰਨਾ, ਮਨਨ ਕਰਨਾ, ਨਿਧਿਆਸਨ ਕਰਨਾ। ਨਿਧਿਆਸਨ ਕਰਨਾ, ਬਾਰ ਬਾਰ ਉਸ ਪਰਮਾਤਮਾ ਨੂੰ ਨਾਮ ਜਪਣਾ। ਸੋ ਗਿਆਨ ਦਾ ਸਰੂਪ ਕੀ ਹੈ? ਇਹ ਸੋਚਣਾ ਕਿ ਸੱਤ ਕਿਆ ਹੈ, ਅਸੱਤ ਕਿਆ ਹੈ, ਸੱਚ ਕੀ ਹੈ, ਝੂਠ ਕੀ ਹੈ। ਸੱਤ ਸਿਰਫ ਆਤਮਾ ਹੀ ਹੈ, ਬਾਕੀ ਸਭ ਝੂਠ ਹੈ। ਸੋ ਗਿਆਨ ਦਾ ਫਲ ਕੀ ਹੈ? ਸੱਤ ਤੇ ਅਸੱਤ ਤੇ ਪੱਕਾ ਨਿਸ਼ਚਾ ਕਰਨਾ। ਮੈਂ ਮੇਰੀ ਦੁਨੀਆ ਦੀ ਬਿਲਕੁਲ ਛੱਡ ਦੇਣੀ। ਮੈਂ ਮੇਰੀ, ਆ ਮੇਰਾ, ਇਹ ਬਿਲਕੁਲ ਛੱਡ ਦੇਣਾ।
ਇਸ ਲਈ ਮਨੁੱਖਾਂ ਦੇ ਮਿਲੀ ਹੈ। ਪਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਮੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਾਨਸ ਦੇਹ ਬਹੁਰ ਨਹਿ ਪਾਵੈ, ਕਛੂ ਉਪਾਉ ਮੁਕਤ ਕਾ ਕਰ ਦੇ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ। ਜਿਉ ਬਨ ਫਲ ਭਾਕੇ ਪੁਨੀ ਗਿਰੈ, ਬਹੁਰ ਨਾ ਲਾਗੈ ਡਾਰ। ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਪਾਉ ਜਲ ਫੇਰਾ। कबीर जा तू आया जगत में, जग हसे तू रोए। ऐसी करनी कर चलो प्यारे, तू हसे जग रोए। सो प्रभु की प्राप्ति ही असली काम है, जो जीव आत्मा ने इस मनुखा देह विच करना है, जो कि सिर्फ गुरु किरपा ते साध संगत की मेहर नाल ही प्राप्त हुंदा है। सो निष्काम शुभ कर्म करके, मन की शुद्धि करके ते मन की एकाग्रता द्वारा ही ब्रह्म ज्ञान की प्राप्ति हो जाती है। सो प्यारिओ, प्रभु प्राप्ति वास्ते किते पहाड़ां प्रदेशां जंगलां विच जाण की किते लोड़ नहीं। उस परमात्मा नूं, उस वाहिगुरू नूं अपने अंदर ही खोजना है, क्योंकि वाहिगुरू जी हर शरीर के अंदर ही विराजमान हैं। पर प्राप्ति मन की शुद्धि ते एकाग्रता तो बिना नहीं होनी। सेवा भक्ति महापुरुषों की संगत विच आके ही होनी है। सत्संगत बड़े भागां नाल प्राप्त होती है। बड़ भागी साध संग प्राप्त, तिन पेट दुरमत खोई। बिन भागा सतसंग न लभै, बिन संगत मैल भरीजै जियो। सो यही उपदेश अष्टावक्र जी ने राजा जनक नूं दिता कि मन मैनू दे दे, कंचन स्यों पाइए नहीं तोल। मन दे राम लिया है मोल। तो मन मर गया तो परमात्मा की प्राप्ति हो गई कि ना। इस तरह माधव दास के डेरे ते जो संत महात्मा की मंडली आई सी, उन्होंने बराग की कथा की। सारियां दे हिरदे शांत, टाइम का पता ही नहीं लगता, समाधियां लग गईयां। 11 बजे भोग पैंदा सी, अज 12 बज गए। जिन्हां नूं पता सी कि शहर च पुलिस का पहरा है, वो तो 11 बजे अपने अपने घरां नूं चले गए। तो कुछ लोग भोग पैण तो बाद उत्थे डेरे च ही सौ गए। उन्हां दे विच एक मोहन नाम का खत्रियां का लड़का सी, जो बहुत बैरागी ते त्यागी सी, किसी नाल मोह नहीं सी रखदा। मोहन के माता पिता, पत्नी, बच्चे, भरा भरजाई सारे मोहन नूं निकम्मा समझदे सन कि काम नहीं करता। हुण भी देख लो, जिहड़ा महाराज के पासे लग जावे उहनूं निकम्मा ही कहंदे आ। वो मोहन नूं चंगी तरह बुलाउंदे भी नहीं सन, रोटी पानी भी नहीं पुछदे सी, सब ने उसका बाईकाट कीता होया सी। हुण वो सोचदा है कि जे मैं इत्थे सुत्ता तां मैनूं नींद नहीं आनी, रस्ते विच पुलिस का पहरा है, चलो लागे ही मेरा घर है, चलदे हां। डेरे तो तुर पिया। रास्ते च पुलिस वाले मिल गए, भाई किधरों आया, किधर जाना, तेनू पता नहीं 11 बजे तो बाद सब बंद है। मोहन कहंदा मैं माधव दास जी की कथा सुन के आया हाँ। वो कहंदे माधव दास जी की कथा 11 बजे समाप्त हो जाती है, सानू सब पता, तू झूठ बोलदा, तू चोर आ, चल बैठ गड्डी विच। वो कहंदा जी आ 4-5 घर छड्ड के अगे मेरा नाले घर आ, जाके पुछ लो। सो उत्थे गए, थानेदार ने जाके दरवाजा खड़काया, सारा परिवार आ गया। थानेदार ने पूछा कि तुसी इसनूं जानदे हो? तो परिवार ने सोचा कि कोई इसने जरूर माड़ा काम किया होवेगा, चोरी आदि की होवेगी, ये सानू भी फसाऊगा। सो परिवार वाले कहंदे ये साडा कोई वाकफ नहीं है, सानू नहीं पता ये कौन है। औखी वेले सब छड्ड दिंदे आ, सारियां ने जवाब दे दिता। सो आले दुआले गुआंढियां नूं पुछया, उन्होंने भी जवाब दे दिता।
ਪੁਲਿਸ ਨੂੰ ਪੱਕਾ ਯਕੀਨ ਹੋ ਗਿਆ ਕਿ ਚੋਰ ਹੈ। ਉਸ ਨੂੰ ਥਾਣੇ ਲੈ ਗਏ। ਸਵੇਰ ਸਾਰ ਹੁੰਦਿਆਂ ਹੀ ਰਾਜੇ ਦੇ ਪੇਸ਼ ਕੀਤਾ। ਰਾਜੇ ਨੇ ਢੰਡੋਰਾ ਫਿਰਵਾ ਦਿੱਤਾ ਕਿ ਜੇ ਕੋਈ ਇਸ ਮੋਹਣ ਦਾ ਵਾਕਫ ਹੋਵੇ ਤਾਂ ਜ਼ਮਾਨਤ ਦੇ ਕੇ ਲੈ ਜਾਵੇ, ਇਹ ਚੋਰ ਨਹੀਂ ਹੈ। ਕੋਈ ਵੀ ਉਸ ਨੂੰ ਲੈਣ ਵਾਸਤੇ ਨਾ ਗਿਆ। ਸਾਰਿਆਂ ਵੇਦਾਂ, ਗ੍ਰੰਥਾਂ ਤੇ ਗੁਰਬਾਣੀ ਦਾ ਇਹ ਸਿਧਾਂਤ ਹੈ ਕਿ ਔਖੀ ਵੇਲੇ ਕੋਈ ਸਾਥ ਨਹੀਂ ਦਿੰਦਾ। ਸੰਗ ਸਖਾ ਸਭ ਤਜ ਗਏ, ਕੋ ਨਨ ਬਿਹੁ ਸਾਥ। 10ਵੇਂ ਪਾਤਸ਼ਾਹ ਨੂੰ ਵੀ ਸਾਰੇ ਸਿੱਖ ਵਿਦਾਵਾ ਲਿਖ ਕੇ ਦੇ ਕੇ ਘਰਾਂ ਨੂੰ ਚਲੇ ਗਏ ਸਨ। ਸੋ ਇਹ ਦੁਨੀਆ ਮਤਲਬ ਦੀ ਆ, ਧੋਖੇਬਾਜ਼ੀ ਆ, ਭਰਮ ਆ। ਹੁਣ ਉਹਨਾਂ ਨੂੰ ਯਕੀਨ ਆ ਗਿਆ ਕਿ ਇਹ ਚੋਰ ਹੈ। ਰਾਜੇ ਨੇ ਹੁਕਮ ਦੇ ਦਿੱਤਾ ਕਿ ਇਸ ਨੂੰ ਸੂਲੀ ਦੇ ਦਿਓ। ਸੂਲੀ ਦਾ ਟਾਈਮ ਆ ਗਿਆ। ਸੋ ਉਸ ਵੇਲੇ ਭੰਗੀ ਆਲ ਸ਼ਰਾਬ ਪੀ ਲੈਂਦੇ ਆ ਤੇ ਸਾਰੇ ਪਾਸ ਹੁੰਦੇ ਆ। ਉਸ ਵੇਲੇ ਉਹਨੂੰ ਪੁੱਛਦੇ ਆ ਤੇਰੀ ਕੋਈ ਇੱਛਾ ਹੋਵੇ। ਉਹ ਕਹਿੰਦਾ 5-10 ਮਿੰਟ ਮੈਨੂੰ ਦਿਓ। ਉੱਥੇ ਮਿੱਟੀ ਸੀ, ਉਹਦੇ ਵਿੱਚ ਬਹਿ ਗਿਆ। ਸੋ ਮੋਹਨ ਜੀ ਨੇ 4 ਢੇਰੀਆਂ ਮਿੱਟੀ ਦੀਆਂ ਬਣਾਈਆਂ ਤੇ ਬਾਅਦ ਵਿੱਚ 3 ਢੇਰੀਆਂ ਢਾਹ ਦਿੱਤੀਆਂ। ਇੱਕ ਢੇਰੀ ਰੱਖ ਲਈ। ਸਾਰੇ ਪੁੱਛਣ ਲੱਗੇ ਕਿ ਇਹ ਤੂੰ ਕੀ ਕਰਦਾ? ਤੈਨੂੰ ਸੂਲੀ ਦੇਣ ਲੱਗੇ ਆ, ਤੂੰ ਇਹ ਕੀ ਕਰ ਰਿਹਾ? ਮੋਹਨ ਜੀ ਕਹਿੰਦੇ ਮੈਂ ਸੋਚਦਾ ਹਾਂ ਕਿ ਇਸ ਵੇਲੇ ਮੇਰਾ ਕੌਣ ਹੈ? ਇਸ ਵੇਲੇ ਸੰਸਾਰ 'ਚ ਮੇਰੀ ਕੌਣ ਸਹਾਇਤਾ ਕਰ ਸਕਦਾ? ਪਹਿਲੀ ਢੇਰੀ ਮੈਂ ਰਾਜੇ ਦੀ ਬਣਾਈ ਕਿ ਰਾਜਾ ਸਹਾਇਤਾ ਕਰੇਗਾ। ਸੋ ਰਾਜੇ ਨੇ ਸਹਾਇਤਾ ਕੀ ਕਰਨੀ ਆ, ਇਸਨੇ ਤਾਂ ਸੂਲੀ ਦਾ ਹੁਕਮ ਦਿੱਤਾ ਹੈ। ਸੋ ਦੂਸਰੀ ਢੇਰੀ ਮੈਂ ਆਪਣੇ ਮਾਂ ਪੇ ਸਾਰੇ ਪਰਿਵਾਰ ਦੀ ਉਹ ਢਾਹ ਦਿੱਤੀ ਤੇ ਤੀਸਰੀ ਢੇਰੀ ਮੈਂ ਆਪਣੀ ਬਣਾਈ ਕਿ ਮੈਂ ਆਪਣੀ ਆਪ ਰੱਖਿਆ ਕਰ ਸਕਦਾ ਕਿ ਨਹੀਂ ਕਰ ਸਕਦਾ। ਸੋ ਉਹ ਵੀ ਢਾਹ ਦਿੱਤੀ। ਸੋ ਇਹ ਚੌਥੀ ਢੇਰੀ ਰੱਖੀ ਹੈ ਜੋ ਕਿ ਪ੍ਰਮਾਤਮਾ ਦੀ ਆ। ਸੋ ਪ੍ਰਮਾਤਮਾ ਮੇਰੀ ਰੱਖਿਆ ਕਰ ਸਕਦਾ। ਜੇ ਮੈਂ ਸੱਚਾ ਹੋਊਗਾ ਤਾਂ ਪ੍ਰਮਾਤਮਾ ਮੇਰੀ ਰਾਖੀ ਕਰੇਗਾ। ਉਹ ਕਹਿਣ ਲੱਗੇ ਦਿਓ ਇਸ ਨੂੰ ਸੂਲੀ, ਦੇਖਦੇ ਹਾਂ ਕੌਣ ਇਸ ਦੀ ਸਹਾਇਤਾ ਕਰਦਾ। ਉਸ ਦੀ ਧੁੰਨੀ ਤੇ ਉਹ ਸੂਲੀ ਰੱਖ ਕੇ ਖਿੱਚਣ ਲੱਗੇ ਤਾਂ ਉਹ ਤੂਤ ਦੀ ਹਰੀ ਟਾਹਣੀ ਬਣ ਗਈ, ਟੁੱਟ ਗਈ। ਮੋਹਨ ਜੀ ਥੱਲੇ ਡਿੱਗ ਪਏ, ਸੂਲੀ ਲੱਗੀ ਨਾ। ਜਿੰਨੇ ਸਿਪਾਹੀ ਆਦਿਕ ਸਨ ਸਭ ਅੰਨੇ ਹੋ ਗਏ। ਉਹਨਾਂ ਦੀ ਤਾਕਤ ਖਤਮ ਹੋ ਗਈ, ਡਰ ਗਏ, ਭੈ ਭੀਤ ਹੋ ਗਏ। ਸੋ ਮੋਹਨ ਜੀ ਦੀਆਂ ਮਿੰਨਤਾਂ ਕਰਨ ਲੱਗੇ ਕਿ ਇਹਦਾ ਕੋਈ ਪਰਮੇਸ਼ਰ ਦਾ ਪਿਆਰਾ ਪੂਰਨ ਪੁਰਖ ਹੈ, ਕੋਈ ਅੰਤਰਜਾਮੀ ਹੈ, ਇਹ ਕੌਣ ਹੈ ਪ੍ਰਭੂ ਦਾ ਪਿਆਰਾ। ਉਹ ਸਾਰੇ ਉਸ ਦੀ ਸ਼ਰਨ ਵਿੱਚ ਆ ਗਏ ਕਿ ਸਾਨੂੰ ਰੱਖ ਲੈ ਭਾਈ, ਸਾਡੇ 'ਚ ਪਹਿਲੇ ਵਾਲੀ ਹੀ ਤਾਕਤ ਪੈਦਾ ਕਰ ਦੇ। ਮੋਹਨ ਜੀ ਨੇ ਉਹਨਾਂ ਵੱਲ ਦੇਖਿਆ, ਸਾਰੇ ਰਾਜੀ ਹੋ ਗਏ। ਮੋਹਨ ਜੀ ਨੂੰ ਨਾਲ ਲੈ ਕੇ ਉਹ ਸਾਰੇ ਮਾਧੋ ਦਾਸ ਦੇ ਡੇਰੇ ਗਏ, ਕਿਉਂਕਿ ਮੋਹਨ ਜੀ ਮਾਧੋ ਦਾਸ ਦੀ ਸੰਗਤ ਕਰਦੇ ਹੁੰਦੇ ਸਨ। ਮਾਧੋ ਦਾਸ ਨੇ ਆਖਿਆ ਕਿ ਮੈਂ ਕੁਝ ਨਹੀਂ ਕਰਦਾ ਭਾਈ, ਕਰਨੇ ਵਾਲੇ ਅੰਮ੍ਰਿਤਸਰ ਪੰਜਵੇਂ ਪਿਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹੈਗੇ ਆ, ਮੈਂ ਵੀ ਚੱਲਦਾ, ਚਲੋ ਉੱਥੇ ਚੱਲੀਏ। ਸਾਰੇ ਇਕੱਠੇ ਹੋ ਕੇ ਅੰਮ੍ਰਿਤਸਰ ਮਹਾਰਾਜ ਜੀ ਕੋਲ ਜਾ ਰਹੇ ਆ। ਪਹੁੰਚ ਗਏ ਤਾਂ ਮਹਾਰਾਜ ਕੋਲ, ਅੰਮ੍ਰਿਤਸਰ ਪਹੁੰਚ ਗਏ ਤਾਂ ਮਹਾਰਾਜ ਜੀ ਨੇ ਦੇਖ ਕੇ ਕਿਹਾ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਮਾਧੋ ਦਾਸ ਨੂੰ ਉਪਮਾ ਦੇ ਦਿੱਤੀ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਨੀਚੋਂ ਊਜ ਕਰੇ ਮੇਰਾ ਗੋਬਿੰਦ। ਸੋ ਸਾਰਿਆਂ ਦੀ ਮਹਾਰਾਜ ਜੀ ਨੇ ਉਪਮਾ ਕੀਤੀ। ਉੱਥੇ ਹੋਰ ਵੀ ਸੰਗਤ ਆਈ ਹੋਈ ਸੀ। ਮਹਾਰਾਜ ਨੇ ਮੋਹਨ ਜੀ ਦੀ ਸਾਰੀ ਸਾਖੀ ਸੰਗਤ ਨੂੰ ਸੁਣਾਈ ਤੇ ਕਹਿਣ ਲੱਗੇ ਇਸ ਸੰਸਾਰ ਵਿੱਚ ਜਪਣ ਵਾਲੀ ਵਸਤੂ, ਪਾਉਣ ਵਾਲੀ ਵਸਤੂ, ਚੇਤੇ ਕਰਨ ਵਾਲੀ ਵਸਤੂ, ਸੁੱਖ ਦੇਣ ਵਾਲੀ ਵਸਤੂ ਬਿਨਾਂ ਪਰਮੇਸ਼ਰ ਤੋਂ ਹੋਰ ਕੋਈ ਨਹੀਂ ਹੈ। ਉਸ ਪਰਮਾਤਮਾ ਦੀ ਪ੍ਰਾਪਤੀ ਇਸ ਮਨੁੱਖਾ ਦੇ ਵਿੱਚ ਹੀ ਹੁੰਦੀ ਹੈ, 84 ਲੱਖ ਜੂਨਾਂ 'ਚ ਨਹੀਂ ਹੁੰਦੀ। ਮਹਾਰਾਜ ਕਹਿੰਦੇ ਦੇਖੋ ਮੋਹਨ ਦੇ ਪਰਿਵਾਰ ਨੇ ਕਿੰਨਾ ਧੋਖਾ ਦਿੱਤਾ। ਮਾਤਾ ਪਿਤਾ, ਭੈਣ ਭਾਈ, ਪਤਨੀ, ਬੱਚੇ, ਆਂਢੀ ਗੁਆਂਢੀ ਸਭ ਨੇ ਮੌਕੇ ਤੇ ਜਵਾਬ ਦੇ ਦਿੱਤਾ ਕਿ ਨਹੀਂ ਦਿੱਤਾ। ਸੋ ਇਹਨਾਂ ਦਾ ਮੋਹ ਮੁਕਤੀ ਦੇਵੇਗਾ, ਜਨ ਮਨ ਕੱਟੇਗਾ ਨਹੀਂ।
ਸਗੋਂ ਉਲਟਾ ਨਰਕਾਂ ਵਿੱਚ ਪਾਵੇਗਾ। ਸੋ ਇਸ ਤਰ੍ਹਾਂ ਮਹਾਰਾਜ ਨੇ ਹੋਰ ਸਾਖੀਆਂ ਸੁਣਾ ਕੇ ਸਾਰੀ ਸੰਗਤ ਨੂੰ ਨਿਹਾਲ ਕੀਤਾ ਤੇ ਮਾਧੋ ਦਾਸ ਦੀ ਉਪਮਾ ਕਰਦਿਆਂ ਇਹ ਸ਼ਬਦ ਉਚਾਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਇਸ ਲਈ ਸਾਨੂੰ ਹਰ ਰੋਜ਼ ਸਤ ਸੰਗਤ ਕਰਨੀ ਚਾਹੀਦੀ ਹੈ। ਤਾਂ ਤੇ ਦੱਸਿਆ ਹੈ ਕਿ ਜੀਵਨ ਦੀ ਫੁਲਵਾੜੀ ਨੂੰ ਝੁਲਸਣ ਲਈ ਮਾਇਆ ਨੇ ਜੋ ਅੱਗ ਸਾਡੇ ਅੰਦਰ ਲਾਈ ਹੈ ਉਹ ਇਸ ਤਰ੍ਹਾਂ ਹੀ ਬੁਝ ਸਕਦੀ ਹੈ। ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ। ਸੋ ਸੰਸਾਰ ਬੁੱਧੀ ਜੀਵੀ ਜਾਂ ਚਤਰ ਬੁੱਧੀ ਵਾਲੇ ਕਈ ਵਾਰਾਂ ਇਹ ਪ੍ਰਸ਼ਨ ਕਰਦੇ ਹਨ ਕਿ ਹਰੀ ਨਾਮ ਉਚਾਰਨ ਦੇ ਖਿਆਲ ਨਾਲ ਇਕੱਠੀ ਹੋਈ ਸੰਗਤ ਨੂੰ ਹੀ ਸਤ ਸੰਗਤ ਕਿਉਂ ਨਹੀਂ ਕਹਿੰਦੇ। ਰਾਜਨੀਤੀ ਤੇ ਵਿਗਿਆਨ ਦੇ ਆਧਾਰ ਤੇ ਇਕੱਠੀ ਹੋਈ ਸਤ ਸੰਗਤ ਨਹੀਂ ਹੁੰਦੀ ਕਿਆ? ਇਹਨਾਂ ਦੁਆਰਾ ਵੀ ਮਨੁੱਖ ਜਾਤੀ ਨੂੰ ਬਹੁਤ ਲਾਭ ਪਹੁੰਚੇ ਹਨ। ਵਿਗਿਆਨ ਨੇ ਉੱਨਤੀ ਕਰਕੇ ਰੇਲ ਗੱਡੀਆਂ, ਹਵਾਈ ਜਹਾਜ਼, ਕੰਪਿਊਟਰ ਆਦਿਕ ਤੇ ਹੋਰ ਕਈ ਤਰ੍ਹਾਂ ਦੀਆਂ ਯੰਤਰ ਸ਼ਕਤੀਆਂ ਇਸ ਮਨੁੱਖ ਜਾਤੀ ਦੀ ਝੋਲੀ ਵਿੱਚ ਪਾਈਆਂ ਹਨ। ਇਹ ਗੱਲ ਠੀਕ ਹੈ ਪਿਆਰਿਓ, ਪਰ ਸਤ ਅਤੇ ਅਸਤ ਦੀ ਵਿਚਾਰ ਇਸ ਤੋਂ ਬਹੁਤ ਅੱਗੇ ਦੀ ਗੱਲ ਹੈ। ਵਿਗਿਆਨੀਆਂ ਰਾਹੀਂ ਪੈਦਾ ਕੀਤੀਆਂ ਚੀਜ਼ਾਂ ਤੋਂ ਸਿਰਫ ਅਸੀਂ ਆਰਜੀ ਯਾਨੀ ਕਿ ਟੈਂਪਰਰੀ ਤੌਰ ਤੇ ਹੀ ਸੁੱਖ ਲੈ ਸਕਦੇ ਹਾਂ, ਪਰ ਸਦੀਵੀ ਸੁੱਖ ਜਿਸ ਨੂੰ ਮੁਕਤੀ ਕਿਹਾ ਜਾਂਦਾ ਹੈ ਉਹ ਨਹੀਂ ਮਿਲ ਸਕਦੀ। ਸੋ ਉਹ ਤਾਂ ਸਾਧ ਸੰਗਤ ਚੋਂ ਹੀ ਪ੍ਰਾਪਤ ਹੋਣੀ ਹੈ। ਅਸੀਂ ਸਾਰਾ ਜ਼ੋਰ ਦ੍ਰਿਸ਼ਟਮਾਨ ਮਾਦੀ ਸੰਸਾਰ ਦੀ ਅਸਲੀਅਤ ਕੀ ਹੈ ਇਸ ਉੱਤੇ ਹੀ ਲਾਇਆ ਹੋਇਆ ਹੈ, ਔਰ ਬਹੁਤ ਹੀ ਘੱਟ ਲੋਕ ਹਨ ਜੋ ਇਹ ਸੋਚਦੇ ਹਨ ਕਿ ਅਸੀਂ ਖੁਦ ਕੀ ਹਾਂ, ਮੈਂ ਕੀ ਹਾਂ, ਮੈਂ ਅਸਲ ਵਿੱਚ ਕੀ ਹਾਂ। ਇਸ ਦੀ ਖੋਜ ਕੋਈ ਨਹੀਂ ਕਰਦਾ। ਸੋ ਆਪਾ ਪਛਾਣਨ ਦੀ ਜਾਚ ਤਾਂ ਸਾਧ ਸੰਗਤ ਚੋਂ ਹੀ ਮਿਲਣੀ ਹੈ। ਹੁਣ ਇਹ ਵਿਚਾਰਨਾ ਬਾਕੀ ਰਹਿ ਜਾਂਦਾ ਹੈ ਕਿ ਸਤ ਸੰਗਤ ਵਿੱਚ ਆਪੇ ਦੀ ਪਛਾਣ ਕਿਸ ਤਰ੍ਹਾਂ ਹੁੰਦੀ ਹੈ। ਸੋ ਜਿਸ ਤਰ੍ਹਾਂ ਦੁੱਧ ਦੀ ਹਰ ਬੂੰਦ ਵਿੱਚ ਘਿਓ ਹੈ, ਉਸੇ ਤਰ੍ਹਾਂ ਹੀ ਹਰ ਜਗ੍ਹਾ ਉਹ ਪ੍ਰਮਾਤਮਾ ਹੈ। ਜਿਸ ਤਰ੍ਹਾਂ ਘਿਓ ਜੋ ਹੈ ਉਹ ਦੁੱਧ ਵਿੱਚ ਛੁਪਿਆ ਸਾਨੂੰ ਦਿਖਦਾ ਨਹੀਂ, ਇਸੇ ਤਰ੍ਹਾਂ ਪਰਮੇਸ਼ਰ ਵੀ ਹਰ ਜਗ੍ਹਾ ਹੈ ਪਰ ਉਹ ਸਾਨੂੰ ਦਿਸਦਾ ਨਹੀਂ। ਸੋ ਦੁੱਧ ਵਿੱਚੋਂ ਘੀ ਜੋ ਹੈ ਉਹ ਜੁਗਤੀ ਨਾਲ ਕੱਢਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਜੁਗਤੀ ਦੇ ਨਾਲ ਹੀ ਜੋ ਪਰਮੇਸ਼ਰ ਹਰ ਜਗ੍ਹਾ ਰਮਿਆ ਹੋਇਆ ਹੈ, ਜਿਸ ਨੂੰ ਰਾਮ ਕਿਹਾ ਹੈ, ਉਸ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਰਾਮ ਜਪੋ ਬੜ ਭਾਗੀ ਹੋ, ਜਲ ਥਲ ਪੂਰਨ ਸੋਏ। ਸੋ ਇਹੋ ਜਲ ਥਲ ਵਿਆਪਕ ਰਾਮ ਸਾਡੀ ਦੇਹ ਵਿੱਚ ਵੀ ਪ੍ਰਕਾਸ਼ ਹੈ ਤੇ ਸਾਡੀ ਦੇਹ ਵਿੱਚ ਰਮਿਆ ਹੋਇਆ ਹੈ। ਸਾਡਾ ਅਸਲ ਆਪਾ ਹੈ, ਇਸ ਨੂੰ ਹੀ ਪਹਿਚਾਨਣਾ ਹੈ। ਭਗਤ ਰਵਿਦਾਸ ਜੀ ਵੀ ਕਹਿੰਦੇ ਹਨ, ਰਾਮ ਗੁਸਈਆਂ ਜੀ ਕੇ ਜੀਵਨਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਸਤ ਸੰਗਤ ਵਿੱਚ ਪਰਮਾਤਮਾ ਨੂੰ ਮਾਰੀਆਂ ਆਵਾਜ਼ਾਂ ਹੀ ਅਸਲ ਵਿੱਚ ਉਸ ਸੱਚੀ ਅਸਲੀਅਤ ਨੂੰ ਸੱਦਣਾ ਹੈ, ਕਿਉਂਕਿ ਪਰਮਾਤਮਾ ਗਵਾਚਿਆ ਹੋਇਆ ਨਹੀਂ ਹੈ ਜਿਸ ਨੂੰ ਲੱਭਣਾ ਹੈ, ਬਸ ਭੁੱਲਿਆ ਹੋਇਆ ਹੈ, ਉਸ ਨੂੰ ਚੇਤੇ ਕਰਨਾ ਹੈ। ਇਹ ਸੋਝੀ ਸਾਧ ਸੰਗਤ ਤੋਂ ਹੀ ਪ੍ਰਾਪਤ ਹੁੰਦੀ ਹੈ। ਜਿਸ ਤਰ੍ਹਾਂ ਕਹਿੰਦੇ ਕਿ ਇੱਕ ਚੋਰ ਸੀ, ਉਹ ਸਾਰੀ ਉਮਰ ਚੋਰੀ ਕਰ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ। ਅਖੀਰ ਬੁਢਾਪਾ ਆ ਗਿਆ, ਮੌਤ ਲਾਗੇ ਆਉਂਦੀ ਹੈ, ਤੋ ਆਪਣੇ ਲੜਕੇ ਨੂੰ ਸੱਦ ਕੇ ਕਹਿੰਦਾ ਕਿ ਭਾਈ ਤੂੰ ਵੀ ਚੋਰ ਆ, ਇਸ ਲਈ ਮੇਰੇ ਬਚਨ ਯਾਦ ਰੱਖੀ ਕਿ ਜੇ ਚੋਰੀ ਕਰਦਾ ਫੜਿਆ ਵੀ ਗਿਆ ਤਾਂ ਮੰਨਣਾ ਨਹੀਂ ਕਿ ਮੈਂ ਚੋਰ ਆ, ਭਾਵੇਂ ਘੁੱਟ-ਘੁੱਟ ਕੇ ਮਾਰ ਦੇਣ। ਤਾਂ ਦੂਸਰੇ ਪਾਸੇ ਤੂੰ ਕਿਸੇ ਗੁਰਦੁਆਰੇ ਮੰਦਿਰ 'ਚ ਨਹੀਂ ਜਾਣਾ, ਸਤ ਸੰਗਤ ਨਹੀਂ ਕਰਨੀ, ਕਿਉਂਕਿ ਉਹ ਤੈਨੂੰ ਚੋਰੀ ਕਰਨ ਤੋਂ ਰੋਕ ਦੇਣਗੇ। ਸੋ ਇਹ ਗੱਲਾਂ ਪੁੱਤਰ ਨੂੰ ਪੱਕੀਆਂ ਕਰਾ ਦਿੱਤੀਆਂ। ਕੁਝ ਦਿਨਾਂ ਬਾਅਦ
ਉਹ ਚੋਰ ਆਪ ਮਰ ਗਿਆ ਤੇ ਹੁਣ ਪਰਿਵਾਰ ਦੇ ਗੁਜ਼ਾਰੇ ਦੇ ਲਈ ਉਸਦੇ ਪੁੱਤਰ ਨੇ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੇ ਇੱਕ ਦਿਨ ਚੋਰੀ ਕਰਦਿਆਂ ਉੱਥੇ ਰੌਲਾ ਪੈ ਗਿਆ, ਚੋਰ ਚੋਰ ਚੋਰ। ਉਹ ਦੌੜ ਗਿਆ, ਲੋਕੀ ਮਗਰ ਦੌੜਦੇ ਹਨ। ਸੋ ਬਚਣ ਲਈ ਉਹ ਇੱਕ ਗੁਰਦੁਆਰੇ ਦੀ ਨੁੱਕਰ 'ਚ ਜਾ ਕੇ ਲੁਕ ਗਿਆ। ਉੱਥੇ ਕਥਾ ਚੱਲ ਰਹੀ ਸੀ। ਇਹ ਕਹਿੰਦਾ ਕਿ ਮੇਰੇ ਤਾਂ ਪਿਤਾ ਨੇ ਕਿਹਾ ਸੀ ਕਿ ਮੰਦਿਰ ਗੁਰਦੁਆਰੇ ਜਾਣਾ ਨਹੀਂ, ਉੱਥੇ ਕੁਛ ਸੁਣਨਾ ਨਹੀਂ, ਸੰਗਤ ਨਹੀਂ ਕਰਨੀ, ਤੂੰ ਸੰਗਤ ਤੋਂ ਦੂਰ ਰਹਿਣਾ ਹੈ, ਕਥਾ ਵਾਰਤਾ ਨਹੀਂ ਸੁਣਨੀ। ਉਹ ਕੰਨਾਂ ਦੇ ਵਿੱਚ ਉਂਗਲੀਆਂ ਦੇਣ ਲੱਗਾ। ਇੰਨੇ ਚਿਰ 'ਚ ਕਥਾ ਸੁਣ ਲਈ ਕਿ ਦੇਵੀ ਤੇ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ। ਸੋ ਕੁਦਰਤੀ ਤੌਰ ਤੇ ਉਹ ਬਾਅਦ ਵਿੱਚ ਫੜਿਆ ਗਿਆ, ਰਾਜੇ ਕੋਲ ਪੇਸ਼ ਕੀਤਾ ਗਿਆ। ਉਹਨੂੰ ਕੁੱਟਦੇ ਆ, ਮਾਰਦੇ ਆ, ਪੁੱਛਦੇ ਆ, ਉਹ ਨਹੀਂ ਮੰਨਦਾ। ਸੋ ਉਦੋਂ ਰਾਜਿਆਂ ਦੇ ਕੋਲ ਵਜ਼ੀਰ ਹੁੰਦੇ ਸਨ, ਬੜੇ ਸਿਆਣੇ ਹੁੰਦੇ ਸਨ। ਕਿਸੇ ਵਜ਼ੀਰ ਨੇ ਸਲਾਹ ਦਿੱਤੀ ਕਿ ਰਾਜਾ ਜੀ ਕੋਈ ਮੋਮੋ ਠਗਣੀ ਲਿਆਓ, ਕਿਉਂਕਿ ਇਹ ਦੇਵੀ, ਜਿੰਨੇ ਚੋਰ ਆ ਇਹ ਦੇਵੀ ਦੀ ਪੂਜਾ ਕਰਦੇ ਆ, ਦੇਵੀ ਨੂੰ ਮੰਨਦੇ ਆ। ਉਹ ਮੋਮੋ ਠਗੜੀ ਨੂੰ ਸੱਦਿਆ ਗਿਆ ਤੇ ਮੋਮੋ ਠਗੜੀ ਨੇ, ਜਿਸ ਨੂੰ ਚੋਰ ਮੰਨਦੇ ਆ ਦੇਵੀ ਨੂੰ, ਉਹਦਾ ਰੂਪ ਧਾਰ ਲਿਆ। ਤੇ ਉਹ ਕਹਿੰਦੀ ਮੈਂ ਪਤਾ ਲੈ ਕੇ ਆਨੀ ਆ ਕਿ ਚੋਰ ਹੈ ਕਿ ਨਹੀਂ ਹੈ। ਸੋ ਰਾਤ ਨੂੰ ਚੋਰ ਜਿਸ ਕਮਰੇ ਵਿੱਚ ਬੰਦ ਸੀ, ਉਹ ਉੱਥੇ ਗਈ, ਇੱਕਦਮ ਪ੍ਰਕਾਸ਼ ਹੋ ਗਿਆ, ਪਿੱਛੋਂ ਲਾਈਟ ਜਗਾਤੀ ਤੇ ਉਹ ਚੋਰ ਉੱਠ ਕੇ ਖੜਾ ਹੋਇਆ, ਹੈਰਾਨ ਹੋਇਆ। ਉਹ ਜਿਸ ਦੇਵੀ ਦੀ ਪੂਜਾ ਕਰਦਾ ਸੀ ਉਹਦੀ ਸ਼ਕਲ ਉਹਦੇ ਸਾਹਮਣੇ ਆ ਗਈ ਤੇ ਉਹ ਦੇਵੀ ਨੂੰ ਨਮਸਕਾਰ ਕਰਦਾ। ਤੇ ਉਹ ਦੇਵੀ ਕਹਿੰਦੀ ਪੁੱਤਰਾ, ਮੈਨੂੰ ਪਤਾ ਕਿ ਤੂੰ ਚੋਰ ਦੀ ਚੋਰੀ ਕੀਤੀ ਆ, ਮੈਨੂੰ ਸੱਚ ਸੱਚ ਦੱਸ ਦੇ, ਸੋ ਮੈਂ ਤੈਨੂੰ ਇਸ ਰਾਜੇ ਕੋਲੋਂ ਬਚਾ ਸਕਦੀ ਹਾਂ। ਉਹ ਕੁਦਰਤੀ ਉਸ ਚੋਰ ਦਾ ਧਿਆਨ ਪਰਛਾਵੇਂ ਵੱਲ ਗਿਆ ਕਿ ਇਸ ਦਾ ਤਾਂ ਪਰਛਾਵਾਂ ਹੈ, ਕਿ ਮੈਂ ਤਾਂ ਸੁਣਿਆ ਸਤਸੰਗਤ ਵਿੱਚ ਕਿ ਦੇਵੀ ਦੇਵਤੇ ਦਾ ਪਰਛਾਵਾਂ ਨਹੀਂ ਹੁੰਦਾ, ਤਾਂ ਇਹਦਾ ਤਾਂ ਪਰਛਾਵਾਂ ਹੈ, ਇਹ ਤਾਂ ਧੋਖਾ ਹੈ। ਉਹ ਅਜੇ ਮੰਨਣ ਨੂੰ ਤਿਆਰ ਹੀ ਹੁੰਦਾ ਸੀ ਜਦ ਨੂੰ ਸੋਝੀ ਪੈ ਗਈ ਕਿ ਇਹਦਾ ਤਾਂ ਪਰਛਾਵਾਂ ਆ, ਇਹ ਧੋਖਾ ਆ। ਤੇ ਚੋਰ ਕਹਿਣ ਲੱਗਾ ਮਾਤਾ ਤੂੰ ਤਾਂ ਅੰਤਰਜਾਮੀ ਆ, ਮੈਂ ਤੈਨੂੰ ਮੰਨਦਾ ਆ, ਤੂੰ ਮੇਰੇ ਦਿਲ ਦੀ ਜਾਣਦੀ ਆ ਕਿ ਮੈਂ ਚੋਰੀ ਨਹੀਂ ਕੀਤੀ। ਤੇ ਉਹ ਦੇਵੀ ਨੇ ਬਥੇਰੇ ਪ੍ਰਸ਼ਨ ਕਰ ਕਰਕੇ ਉਸਨੂੰ ਪੁੱਛਿਆ, ਪਰ ਉਹ ਮੰਨਿਆ ਨਹੀਂ, ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਇਹ ਧੋਖਾ ਆ। ਤੋਂ ਅਖੀਰ ਦੇ ਉੱਤੇ ਉਹ ਮੋਮੋ ਠਗਣੀ ਚਲੇ ਗਈ ਤੇ ਜਾ ਕੇ ਉਸ ਰਾਜੇ ਨੂੰ ਸਾਰੀ ਕਥਾ ਦੱਸੀ, ਸਾਰੀ ਵਾਰਤਾ ਸਮਝਾਈ ਕਿ ਉਹ ਜੋ ਚੋਰ ਆ ਉਹ ਹਰ ਹਾਲਤ ਵਿੱਚ ਚੋਰ ਨਹੀਂ ਹੈ, ਉਸ ਨੂੰ ਛੱਡ ਦਿੱਤਾ ਜਾਵੇ। ਤੇ ਉਹਨੂੰ ਚੋਰ ਨੂੰ ਛੱਡ ਦਿੱਤਾ ਗਿਆ। ਤੇ ਉਹ ਸੋਚਣ ਲੱਗਾ ਕਿ ਇੱਕ ਪੰਕਤੀ, ਇੱਕ ਤੁਕ ਮੇਰੇ ਕੰਨ ਵਿੱਚ ਪਈ ਆ ਕਿ ਦੇਵੀ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ। ਸੋ ਇਹ ਸੁਣ ਕੇ ਮੈਂ ਰਾਜੇ ਦੀ ਮਾਰ ਤੋਂ ਬਚ ਗਿਆ। ਤੇ ਜਿਹੜੇ ਹਰ ਰੋਜ਼ ਸਤਸੰਗਤ ਕਰਦੇ ਆ ਉਹ ਕਿਉਂ ਨਾ ਸੰਸਾਰ ਭਵ ਤੋਂ ਪਾਰ ਹੋ ਜਾਣਗੇ। ਸੋ ਉਸਨੇ ਸੋਚਿਆ ਕਿ ਇਸ ਜਮਾਂ ਦੀ ਮਾਰ ਤੋਂ ਤਾਂ ਮੈਂ ਬਚ ਗਿਆ, ਹੁਣ ਜਿਹੜੀ ਉੱਪਰ ਧਰਮਰਾਜ ਦੇ ਜਾਮਿਆ ਉਹਨਾਂ ਦੀ ਮਾਰ ਤੋਂ ਵੀ ਮੈਂ ਬਚਣਾ। ਤੇ ਉਹ ਸਤਸੰਗਤ ਕਰਨ ਲੱਗ ਪਿਆ। ਸੋ ਸੰਗਤ ਕਰਦਾ ਕਰਦਾ ਉਹ ਇੱਕ ਦਿਨ ਗੁਰਮੁਖ ਬਣ ਗਿਆ। ਜਿਸ ਤਰ੍ਹਾਂ ਅੰਬ ਪਹਿਲਾਂ ਖੱਟਾ ਹੁੰਦਾ ਤੇ ਹੌਲੀ ਹੌਲੀ ਉਹਦੀ ਖਟਾਸ ਜਾਂਦੀ ਆ ਤੇ ਮਿਠਾਸ ਆਉਂਦੀ ਜਾਂਦੀ ਆ, ਇੱਕ ਦਿਨ ਉਹ ਪੱਕ ਕੇ ਮਿੱਠਾ ਹੋ ਜਾਂਦਾ। ਇਸੇ ਤਰ੍ਹਾਂ ਹੀ ਸੰਗਤ ਕਰਦਿਆਂ ਕਰਦਿਆਂ ਉਹ ਗੁਰਮੁਖ ਬਣ ਗਿਆ, ਸੰਸਾਰ ਸਾਗਰ ਤੋਂ ਪਾਰ ਹੋ ਗਿਆ। ਸੋ ਇਸ ਲਈ ਸਾਨੂੰ ਸਦਾ ਹੀ ਸੰਗਤ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਮਹਾਰਾਜ ਕਹਿੰਦੇ ਆ, ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇੱਕ ਸ਼ਾਹੂਕਾਰ ਸੀ ਤੇ ਉਸਦੀਆਂ ਦੋ ਲੜਕੀਆਂ ਵੱਡੀਆਂ ਹੋਈਆਂ, ਇੱਕੋ ਜਿਹਾ ਉਹਨਾਂ ਨੂੰ ਪੜ੍ਹਾਇਆ, ਇੱਕੋ ਜਿਹਾ ਲਿਖਾਇਆ, ਇੱਕੋ ਜਿਹੇ ਬਸਤਰ। ਉਹਨੂੰ ਸੋਚਿਆ ਵਿਆਹ ਵੀ ਇਹਨਾਂ ਦਾ ਇੱਕੋ ਜਗ੍ਹਾ ਕਰ ਦੇਵਾਂ। ਸੋ ਦੋਹਾਂ ਦਾ ਵਿਆਹ ਉਹਨੂੰ ਦਿੱਲੀ ਦੇ ਵਿੱਚ ਕਰ ਦਿੱਤਾ। ਤੇ ਉਹ ਆਪਣੇ ਆਪਣੇ ਘਰਾਂ ਦੇ ਵਿੱਚ ਮਸਤ ਹੋ ਗਈਆਂ।
ਆਪਣੇ ਆਪਣੇ ਮੋਹ ਬੱਚੇ ਹੋ ਗਏ, ਉਹਨਾਂ ਦੇ ਖਿਆਲਾਂ ਵਿੱਚ ਹੋ ਗਈਆਂ। ਕੁਦਰਤੀ ਇੱਕ ਦਿਨ ਉਹ ਸ਼ਹੀਦ ਗੰਜ ਗੁਰਦੁਆਰੇ ਆਈਆਂ ਮੱਥਾ ਟੇਕਣ, ਤਾਂ ਦੋਨੋਂ ਇਕੱਠੀਆਂ ਹੋ ਗਈਆਂ। ਸੋ ਇੱਕ ਪੁੱਛਦੀ ਆ ਦੂਸਰੀ ਨੂੰ ਕਿ ਤੂੰ ਕਿੱਦਾਂ ਭਾਈ, ਸੁਖੀ ਆ? ਉਹ ਦੂਜੀ ਪੁੱਛਦੀ ਆ ਕਿੱਦਾਂ ਤੂੰ ਸੁਖੀ ਆ ਆਪਣੇ ਘਰ? ਉਹ ਇੱਕ ਕਹਿਣ ਲੱਗੀ ਕਿ ਮੈਂ ਸੁਖੀ ਕਾਹਦੀ ਆ, ਮੇਰਾ ਤਾਂ ਘਰ ਵਾਲਾ ਆ, ਉਹ ਕੰਮ ਤੇ ਜਾਂਦਾ, ਸ਼ਰਾਬ ਪੀ ਲੈਂਦਾ, ਮੁੜ ਕੇ ਵਾਪਸ ਆਉਂਦਾ ਤੇ ਕਿਸੇ ਹੋਰੇ ਘਰ ਵਿੱਚ ਵੜ ਜਾਂਦਾ, ਉਹ ਆਪਣੇ ਘਰ ਨੂੰ ਭੁੱਲ ਜਾਂਦਾ, ਮੂਰਖ ਆ। ਉਹ ਦੂਜੀ ਕਹਿਣ ਲੱਗੀ ਤੇਰਾ ਤਾਂ ਮੂਰਖ ਆ, ਮੇਰਾ ਤਾਂ ਬਹੁਤੇ ਮੂਰਖ ਆ। ਉਹ ਕਹਿੰਦੀ ਉਹ ਕਿੱਦਾਂ? ਉਹ ਕਹਿੰਦੀ ਸਵੇਰ ਨੂੰ ਕੰਮ ਤੇ ਜਾਂਦਾ ਤੇ ਜਦੋਂ ਵਾਪਸ ਆਉਂਦਾ ਉਹ ਆਪਣੇ ਪਰਿਵਾਰ ਨੂੰ ਭੁੱਲ ਜਾਂਦਾ, ਮੈਨੂੰ ਵੀ ਭੁੱਲ ਜਾਂਦਾ। ਕੁਦਰਤੀ ਇੱਕ ਦਿਨ ਮੈਂ ਰੇਹੜੀ ਤੇ ਸਬਜ਼ੀ ਲੈ ਰਹੇ ਸੀ ਤਾਂ ਮੇਰੇ ਕੋਲ ਆ ਕੇ ਖੜ ਗਿਆ, ਕਹਿੰਦਾ ਭੈਣ ਜੀ ਤੁਹਾਨੂੰ ਕਿਤੇ ਦੇਖਿਆ ਆ। ਦੱਸ, ਉਹ ਮੈਨੂੰ ਵੀ ਭੁੱਲ ਜਾਂਦਾ। ਮੂਰਖ ਹੋਇਆ ਕਿ ਨਾ ਹੋਇਆ? ਬਹੁਤੇ ਮੂਰਖ ਹੋਇਆ। ਸੋ ਇਸੇ ਤਰ੍ਹਾਂ ਜਿਹੜਾ ਆਪਣੇ ਘਰ ਨੂੰ ਭੁੱਲ ਜਾਂਦਾ ਉਹ ਮੂਰਖ ਆ, ਜਿਹੜਾ ਆਪਣੇ ਪਰਿਵਾਰ ਨੂੰ ਭੁੱਲ ਜਾਂਦਾ ਉਹ ਮਹਾ ਮੂਰਖ ਆ, ਬਹੁਤ ਮੂਰਖ ਆ। ਜਿਹੜਾ ਦੋਹਾਂ ਨੂੰ ਭੁੱਲ ਜਾਵੇ ਉਹ ਮਹਾ ਮੂਰਖ ਹੋਇਆ। ਸੋ ਮਹਾਰਾਜ ਕਹਿੰਦੇ ਆ ਅਸੀਂ ਆਪਣੇ ਘਰ ਨੂੰ ਭੁੱਲ ਗਏ। ਘਰ ਸਾਡਾ ਕੀ ਆ? ਆਤਮਾ। ਆਤਮਾ ਦੀ ਖੋਜ ਕਰਨੀ ਆ, ਮੈਂ ਕੀ ਆ। ਤੇ ਦੂਜਾ ਪਰਿਵਾਰ ਨੂੰ ਭੁੱਲ ਜਾਣਾ, ਭਾਵ ਕਿ ਸਾਧ ਸੰਗਤ ਭੁੱਲ ਜਾਣਾ, ਤੇ ਮੈਂ ਸਾਧ ਸੰਗਤ ਕਰਨੀ ਆ, ਇਹ ਸਾਧ ਸੰਗਤ ਕਰਦਾ ਨਹੀਂ, ਇਸ ਲਈ ਇਹ ਬਹੁਤ ਮੂਰਖ ਹੋਇਆ। ਸੋ ਜਿਹੜਾ ਘਰ ਨੂੰ ਵੀ ਭੁੱਲ ਗਿਆ, ਪਰਿਵਾਰ ਨੂੰ ਵੀ ਭੁੱਲ ਗਿਆ, ਆਪਣੀ ਆਤਮਾ ਨੂੰ ਵੀ ਭੁੱਲ ਗਿਆ ਕਿ ਉਹਨੂੰ ਖੋਜਣਾ, ਤੇ ਪਰਿਵਾਰ ਸਾਧ ਸੰਗਤ ਆ ਉਹਨੂੰ ਵੀ ਭੁੱਲ ਗਿਆ, ਤਾਂ ਉਹ ਮਹਾ ਮੂਰਖ ਹੋਇਆ। ਜਿਸ ਤਰ੍ਹਾਂ ਮਹਾਰਾਜ ਵੀ ਕਹਿੰਦੇ ਆ ਬਿਨ ਬੂਝੇ ਪਸ ਢੋਰ, ਜਦੋਂ ਤੱਕ ਆਪੇ ਆਪਣੇ ਆਪ ਨੂੰ ਪਛਾਣਦੇ ਨਹੀਂ, ਜਦੋਂ ਤੱਕ ਉਦੋਂ ਤੱਕ ਪਸ ਢੋਰ ਯਾਨੀ ਗਧੇ ਦੇ ਸਮਾਨ ਹੈ। ਸੋ ਸਾਧ ਸੰਗਤ ਕੀਤਿਆਂ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤੇ ਇਹ ਜੀਵ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ ਹੈ, ਮੁਕਤ ਹੋ ਜਾਂਦਾ ਹੈ, ਯਾਨੀ ਕਿ ਸਦਾ ਲਈ ਸੁਖੀ ਹੋ ਜਾਂਦਾ ਹੈ। ਇਸੇ ਲਈ ਤਾਂ ਮਹਾਰਾਜ ਨੇ ਕਿਹਾ ਹੈ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਦਲੇ ਤ੍ਰੈ ਭਵਨ ਸੂਝਿਆ ਗੁਰ ਭੇਟ ਪਨੀਤਾ, ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਮੈਲ ਖੋਈ ਕੁਟ ਅਗ ਹਰੇ ਨਿਰਮਲ ਭੈ ਚੀਤਾ, ਸਾਧ ਸੰਗਤ ਕੈ ਬਾਸਵੈ ਕਲ ਮਲ ਸਭ ਨਸਨਾ, ਪ੍ਰਭ ਸੇਤੀ ਰੰਗ ਰਤਿਆ ਤਾਂ ਤੇ ਗਰਭ ਨ ਗ੍ਰਸਨਾ। ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ, ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ, ਸਤ ਸੰਗਤ ਕੈਸੀ ਜਾਣੀਐ ਜਿੱਥੈ ਏਕੋ ਨਾਮ ਬਖਾਣੀਐ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਸੋ ਇੱਥੇ ਹੀ ਸਮਾਪਤੀ ਹੈ। ਕੁਛ ਹੋਰ ਵਿਚਾਰਾਂ ਸਾਧ ਸੰਗਤ ਦੇ ਬਾਰੇ ਦੇ ਵਿੱਚ ਅਗਲੀ ਵਾਰ ਕਰਾਂਗੇ। ਸੋ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ